ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਜੀ ਅੱਜ ਇੱਕ ਭੈਣ ਦੀ ਸੱਚੀ ਕਹਾਣੀ। ਮੈਨੂੰ ਨਹੀਂ ਪਤਾ ਸੀ ਕਿ ਜਿਸ ਔਲਾਦ ਲਈ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ, ਉਹ ਔਲਾਦ ਜੰਮੀ ਹੀ ਮੈਨੂੰ ਦੁੱਖ ਦੇਣ ਲਈ ਸੀ। ਉਹ ਟਾਈਮ ਤਾਂ ਮੈਂ ਆਪਣੇ ਭੈਣ ਭਰਾਵਾਂ ਦੇ ਆਸਰੇ ਕੱਢ ਲਿਆ, ਪਰ ਆਹ ਢਿੱਡ ਦਾ ਦੁੱਖ ਤਾਂ ਮੈਂ ਕਿਸੇ ਭੈਣ ਭਰਾ ਨੂੰ ਵੀ ਨਹੀਂ ਦੱਸ ਸਕਦੀ ਸੀ। ਜੇ ਮੈਂ ਆਪਣਾ ਝੱਗਾ ਚੱਕਦੀ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ। ਮੇਰਾ ਨਾਮ ਸ਼ਰਨਜੀਤ ਹੈ। ਮੈਂ 2 ਭਰਾਵਾਂ ਦੀ ਇਕੱਲੀ ਭੈਣ ਸੀ। ਬੜੀ ਲਾਡਲੀ ਸੀ, ਜਿਵੇਂ ਮਾਂ ਨੇ ਸੁੱਖਾਂ ਸੁੱਖ ਲਈ ਹੋਵੇ। ਸਾਰੇ ਬੜੇ ਹੀ ਲਾਡ ਲਡਾਉਂਦੇ ਸੀ। ਘਰ ਵਿੱਚ ਸ਼ਰਨ ਸ਼ਰਨ ਹੁੰਦੀ ਰਹਿੰਦੀ। ਮਾਂ ਨੇ ਮੈਨੂੰ ਸੋਹਣੇ ਸੋਹਣੇ ਕੱਪੜੇ ਸਿਉਂ ਕੇ ਦੇਣੇ। ਜਿਹੜਾ ਕੱਪੜਾ ਪਾਉਣਾ ਉਹੀ ਜੱਚ ਜਾਣਾ। ਰੰਗ ਰੂਪ ਦੇ ਪੱਖੋਂ ਤਾਂ ਮੈਂ ਆਪਣੀ ਮਾਂ 'ਤੇ ਗਈ ਸੀ। ਮੇਰੀ ਮਾਂ ਵੀ ਬਹੁਤ ਸੋਹਣੀ ਸੀ। ਮੇਰੀ ਚਾਚੀ ਤੇ ਤਾਈ ਤੋਂ ਕਿਤੇ ਜ਼ਿਆਦਾ ਸੋਹਣੀ। ਮੇਰੀ ਦਾਦੀ ਨੂੰ ਪਹਿਲਾਂ ਤਾਂ ਮੇਰੀ ਮਾਂ 'ਤੇ ਮਾਣ ਸੀ ਕਿ ਮੇਰੀ ਨੂੰਹ ਸਾਰੇ ਪਿੰਡ ਤੋਂ ਸੋਹਣੀ ਆ। ਤਾਂ ਫਿਰ ਮੇਰੀ ਦਾਦੀ ਨੂੰ ਮੇਰੇ 'ਤੇ ਮਾਣ ਸੀ ਕਿ ਮੇਰੀ ਪੋਤਰੀ ਸਾਰੀਆਂ ਕੁੜੀਆਂ ਤੋਂ ਸੋਹਣੀ ਹੈ। ਇਸ ਕਰਕੇ ਦਾਦੀ ਮੈਨੂੰ ਹਰ ਇੱਕ ਥਾਂ 'ਤੇ ਨਾਲ ਹੀ ਲੈ ਕੇ ਜਾਂਦੀ। ਸਾਰਿਆਂ ਨੇ ਇਹੀ ਕਹਿਣਾ ਕਿ ਉਹ ਕਰਮਾਂ ਵਾਲਾ ਹੀ ਹੋਊ ਜਿਹੜਾ ਇਸ ਨੂੰ ਲੈ ਕੇ ਜਾਏਗਾ। ਪਰ ਉਦੋਂ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ। ਮੈਨੂੰ ਇਹ ਕੀ ਕਹਿੰਦੇ ਆ, ਬਸ ਅੱਗੋਂ ਇੱਕ ਗੱਲ ਹੀ ਕਹਿਣੀ, ਮੈਂ ਤਾਂ ਨਹੀਂ ਜਾਣਾ ਕਿਤੇ, ਤੁਸੀਂ ਚਲੇ ਜਾਓ। ਉਦੋਂ ਕੀ ਪਤਾ ਸੀ ਕਿ ਜਿਹੜੀ ਗੱਲ ਰੱਬ ਮੂੰਹੋਂ ਕਢਾਉਂਦਾ ਸੀ ਉਹ ਸੱਚ ਹੀ ਸੀ। ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਮੇਰੇ ਰਿਸ਼ਤੇ ਦੀ ਦੱਸ ਪਈ। ਉਦੋਂ ਮੇਰੀ ਉਮਰ 14 ਕੁ ਸਾਲ ਦੇ ਲਗਭਗ ਸੀ। ਕੱਦ ਕਾਠ ਪੂਰਾ ਹੋਣ ਕਰਕੇ ਉਮਰ ਤੋਂ ਮੈਂ ਜ਼ਿਆਦਾ ਵੱਡੀ ਲੱਗਦੀ ਸੀ, ਜਿਵੇਂ 20 ਸਾਲਾਂ ਦੀ ਹੋਵਾਂ। ਪਹਿਲੀ ਵਾਰ ਤਾਂ ਦੇਖ ਕੇ ਹਰ ਕੋਈ ਧੋਖਾ ਖਾ ਜਾਂਦਾ ਸੀ। ਉਹਨਾਂ ਮੇਰੀ ਮਾਂ ਨੂੰ ਇਹੀ ਕਹਿਣਾ, ਤੁਸੀਂ ਝੂਠ ਬੋਲਦੇ ਹੋ, ਕੁੜੀ ਤੁਹਾਡੀ 14 ਸਾਲਾਂ ਦੀ ਨਹੀਂ, ਘੱਟੋ ਘੱਟ 20 ਸਾਲਾਂ ਦੀ ਹੈ। ਮੇਰੀ ਮਾਂ ਨੇ ਕਹਿਣਾ, ਅਸੀਂ ਝੂਠ ਕਿਉਂ ਬੋਲਾਂਗੇ ਬਈ, ਸਾਡਾ ਕਿਹੜਾ ਕੋਈ ਧੌਣ ਤੇ ਆਰਾ ਰੱਖਿਆ। ਫਿਰ ਇੱਦਾਂ ਹੀ ਮੇਰਾ ਕੱਦ ਕਾਠ ਤੇ ਰੰਗ ਰੂਪ ਦੇਖ ਕੇ ਹਰ ਕਿਸੇ ਨੇ ਮੇਰੇ ਲਈ ਮੁੰਡੇ ਦੀ ਦੱਸ ਪਾਉਣੀ ਤੇ ਮੇਰੇ ਮਾਂ-ਪਿਓ ਨੇ ਜਵਾਬ ਦੇ ਦੇਣਾ। ਇੱਦਾਂ ਕਰਦਿਆਂ ਕਰਦਿਆਂ ਮੈਂ 10ਵੀਂ ਜਮਾਤ ਪੂਰੀ ਕਰ ਲਈ। ਇਹਨਾਂ 7-8 ਮਹੀਨਿਆਂ ਦੇ ਵਿੱਚ ਤਾਂ ਮੇਰੇ ਲਈ ਰਿਸ਼ਤਿਆਂ ਦਾ ਮੀਂਹ ਹੀ ਵਰ ਗਿਆ। ਫਿਰ ਇੱਕ ਦਿਨ ਮੇਰਾ ਦਾਦਾ ਕਹਿੰਦਾ, ਆਪਾਂ ਕਿੰਨੇ ਕੁ ਰਿਸ਼ਤੇ ਮੋੜਾਂਗੇ, ਅਕਸਰ ਤਾਂ ਕੁੜੀ ਵਿਆਹੁਣੀ ਹੈ, ਕਿਹੜਾ ਘਰੇ ਰੱਖਣੀ ਆ। ਇੰਨੇ ਰਿਸ਼ਤੇ ਮੋੜਨੇ ਚੰਗੇ ਨਹੀਂ ਹੁੰਦੇ। ਤੁਸੀਂ ਚੰਗਾ ਘਰ ਹੋਵੇ ਤਾਂ ਰਿਸ਼ਤਾ ਕਰ ਦਿਓ। ਮੈਂ 11ਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਰਿਸ਼ਤੇਦਾਰੀ ਵਿੱਚੋਂ ਲੱਗਦੀ ਮਾਸੀ ਨੇ ਮੇਰੇ ਲਈ ਮੁੰਡੇ ਦੀ ਦੱਸ ਪਾਈ। ਉਹਨਾਂ ਕਿਹਾ ਕਿ 2 ਮੁੰਡੇ ਤੇ 2 ਕੁੜੀਆਂ ਨੇ, ਘਰ ਬਹੁਤ ਚੰਗਾ ਹੈ, ਸੁੱਖ ਨਾਲ ਜ਼ਮੀਨ ਜਾਇਦਾਦ ਵੀ ਖੁੱਲ੍ਹੀ ਹੈ। ਮੁੰਡੇ ਦਾ ਪਿਓ ਮਰਿਆ ਹੋਇਆ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਮੁੰਡੇ ਦੀ ਮਾਂ 'ਤੇ ਹੀ ਹੈ। ਬਹੁਤ ਸਮਝਦਾਰ ਜਨਾਨੀ ਹੈ। ਜੇ ਤੁਸੀਂ ਰਿਸ਼ਤਾ ਕਰ ਦਿਓ ਤਾਂ ਆਪਣੀ ਕੁੜੀ ਰਾਜ ਕਰੇਗੀ। ਮਾਸੀ ਸਵੇਰ ਦੀ ਆਈ ਤੇ ਸ਼ਾਮ ਤੱਕ ਰਹੀ। ਉਸਨੇ ਸਾਰਿਆਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ। ਮੇਰੇ ਦਾਰਜੀ ਕਹਿੰਦੇ, ਚੱਲ ਕੋਈ ਨਹੀਂ ਭੈਣੇ, ਅਸੀਂ ਤੈਨੂੰ ਸਲਾਹ ਕਰਕੇ ਦੱਸਾਂਗੇ ਤੇ ਤੈਨੂੰ ਕੱਲ੍ਹ ਤੱਕ ਫੋਨ ਕਰਾਂਗੇ। ਠੀਕ ਹੈ ਭਾਜੀ। ਆਪਣਾ ਫੋਨ ਨੰਬਰ ਦੇ ਕੇ ਮਾਸੀ ਆਪਣੇ ਪਿੰਡ ਚਲੀ ਗਈ। ਫਿਰ ਰਾਤ ਨੂੰ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ, ਜੇ ਘਰ ਚੰਗਾ ਹੋਵੇ ਤਾਂ ਆਪਾਂ ਰਿਸ਼ਤਾ ਕਰ ਦਿੰਦੇ ਹਾਂ, ਅਕਸਰ ਤਾਂ ਕੁੜੀ ਵਿਆਹੁਣੀ ਹੈ। ਨਾਲੇ ਜੇ ਪਾਲੀ ਰਿਸ਼ਤਾ ਕਰਾਉਂਦੀ ਹੈ ਤਾਂ ਘਰ ਚੰਗਾ ਹੀ ਹੋਵੇਗਾ। ਆਪਣੀ ਕਿਹੜਾ ਪਾਲੀ ਨਾਲ ਕੋਈ ਦੁਸ਼ਮਣੀ ਹੈ। ਚਲੋ ਜੀ, ਦਿਨ ਚੜ੍ਹਿਆ। ਮੈਂ ਸਕੂਲ ਲਈ ਤਿਆਰ ਹੋ ਰਹੀ ਸੀ ਤੇ ਦਾਰਜੀ ਨੇ ਪਾਲੀ ਮਾਸੀ ਨੂੰ ਫੋਨ ਕੀਤਾ, ਭੈਣੇ ਤੂੰ ਆਪਣੀ ਤਸੱਲੀ ਕਰ ਲੈ ਤੇ ਅਸੀਂ 1-2 ਦਿਨਾਂ ਤੱਕ ਆਵਾਂਗੇ ਤੇ ਮੁੰਡਾ ਦੇਖ ਜਾਵਾਂਗੇ, ਪਰ ਜ਼ਮੀਨ ਤੇ ਮੁੰਡੇ ਦੀ ਤਸੱਲੀ ਤੂੰ ਹੀ ਕਰਨੀ ਆ। ਮਾਸੀ ਕਹਿੰਦੀ, ਵੀਰ ਜੀ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ, ਤੁਸੀਂ ਸਭ ਮੇਰੇ 'ਤੇ ਛੱਡ ਦੇਵੋ। ਜਦੋਂ ਦਾਰਜੀ ਨੇ ਫੋਨ ਕੱਟਿਆ ਤਾਂ ਮੈਂ ਅੱਖਾਂ ਵਿੱਚ ਹੰਝੂ ਲੈ ਕੇ ਦਾਰਜੀ ਨੂੰ ਕਿਹਾ, ਦਾਰਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਦਾਰਜੀ ਕਹਿੰਦੇ, ਪੁੱਤ ਇੱਕ ਗੱਲ ਕਿਉਂ, ਤੂੰ ਭਾਵੇਂ ਮੇਰੇ ਨਾਲ 10 ਗੱਲਾਂ ਕਰ,
ਮੈਂ ਕਿਹਾ, ਦਾਰ ਜੀ, ਮੈਂ ਅਜੇ ਵਿਆਹ ਨਹੀਂ ਕਰਾਉਣਾ, ਮੈਂ ਤਾਂ ਪੜ੍ਹਨਾ ਹੈ। ਦਾਰ ਜੀ ਨੇ ਮੈਨੂੰ ਆਪਣੇ ਕਲਾਵੇ ਵਿੱਚ ਲੈਂਦੇ ਹੋਏ ਕਿਹਾ, ਪੁੱਤ, ਜੀ ਤਾਂ ਮੇਰਾ ਵੀ ਨਹੀਂ ਕਰਦਾ ਤੈਨੂੰ ਆਪਣੇ ਤੋਂ ਦੂਰ ਕਰਨ ਨੂੰ, ਪਰ ਕੀ ਕਰੀਏ, ਧੀਆਂ ਤਾਂ ਹੁੰਦੀਆਂ ਹੀ ਪਰਾਇਆ ਧਨ ਨੇ। ਪੁੱਤ, ਇਹ ਤਾਂ ਰਾਜੇ ਰਾਣੀਆਂ ਨੇ ਵੀ ਘਰੇ ਨਹੀਂ ਰੱਖੀਆਂ। ਪੁੱਤ, ਜੇ ਇੱਕ ਵਾਰ ਚੰਗਾ ਘਰ ਹੱਥੋਂ ਨਿਕਲ ਗਿਆ ਤਾਂ ਖਰੇ ਫਿਰ ਮਿਲੇ ਜਾਂ ਨਾ। ਹੁਣ ਤਾਂ ਤੇਰੀ ਮਾਸੀ ਸਾਰੀ ਜ਼ਿੰਮੇਵਾਰੀ ਆਪਣੇ 'ਤੇ ਲੈਂਦੀ ਏ, ਉਹਦਾ ਵੇਖਿਆ ਪਰਖਿਆ ਘਰ ਹੈ। ਮੈਂ ਕਿਹਾ, ਚਲੋ ਜਿਵੇਂ ਤੁਹਾਡੀ ਮਰਜ਼ੀ, ਕਹਿ ਕੇ ਸਕੂਲ ਚਲੀ ਗਈ। ਅਗਲੇ ਦਿਨ ਬੁੱਧਵਾਰ ਨੂੰ ਦਾਰ ਜੀ ਤੇ ਬਾਪੂ ਜੀ ਮੁੰਡਾ ਦੇਖਣ ਗਏ। ਜਦੋਂ ਸ਼ਾਮ ਨੂੰ ਘਰ ਵਾਪਸ ਆਏ ਤਾਂ ਉਹ ਕੁਝ ਖਾਸ ਖੁਸ਼ ਦਿਖਾਈ ਨਾ ਦਿੱਤੇ। ਮੈਂ ਰਸੋਈ ਵਿੱਚ ਖੜੀ ਜਾਲੀ ਵਿੱਚ ਦੀ ਦੇਖ ਰਹੀ ਸੀ। ਮਾਂ ਨੇ ਪੁੱਛਿਆ, ਕਿਵੇਂ ਲੱਗਾ ਘਰ-ਬਾਰ ਤੇ ਮੁੰਡਾ? ਦਾਰ ਜੀ ਕੁਝ ਟਾਈਮ ਤਾਂ ਚੁੱਪ ਰਹੇ, ਫਿਰ ਕਹਿੰਦੇ, ਘਰ-ਬਾਰ ਤਾਂ ਠੀਕ ਹੈ, ਪਰ। ਮਾਂ ਕਹਿੰਦੀ, ਪਰ ਕੀ? ਕਹਿੰਦੇ, ਮੁੰਡਾ ਆਪਣੀ ਕੁੜੀ ਜਿੰਨਾ ਸੋਹਣਾ ਨਹੀਂ, ਮੁੰਡੇ ਦਾ ਰੰਗ ਥੋੜ੍ਹਾ ਪੱਕਾ ਹੈ। ਮਾਂ ਕਹਿੰਦੀ, ਬਾਕੀ ਤਾਂ ਸਭ ਕੁਝ ਠੀਕ ਹੀ ਆ। ਮਾਂ ਕਹਿੰਦੀ, ਜੇ ਘਰ-ਬਾਰ ਠੀਕ ਹੈ ਤਾਂ ਆਪਾਂ ਰਿਸ਼ਤਾ ਕਰ ਦਿੰਦੇ ਹਾਂ। ਇੱਦਾਂ ਹੀ ਕਰਦਿਆਂ ਕਰਾਉਂਦਿਆਂ ਰਿਸ਼ਤਾ ਪੱਕਾ ਹੋ ਗਿਆ ਤੇ ਮਾਘ ਦੇ ਮਹੀਨੇ ਦੇ ਅਖੀਰ 'ਤੇ ਮੇਰਾ ਵਿਆਹ ਕਰ ਦਿੱਤਾ। ਉਦੋਂ ਮੈਂ 16ਵੇਂ ਸਾਲ ਵਿੱਚ ਸੀ ਤੇ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਪੇਪਰ ਤਾਂ ਮੈਂ ਵਿਆਹ ਤੋਂ ਬਾਅਦ ਹੀ ਦਿੱਤੇ ਸੀ। ਜਦੋਂ ਮੈਂ ਵਿਆਹ ਕੇ ਘਰ ਗਈ ਤਾਂ ਘਰ ਦੇਖ ਕੇ ਮੈਂ ਖੁਸ਼ ਹੋ ਗਈ, ਪਰ ਜਦੋਂ ਮੇਰੀ ਨਜ਼ਰ ਅਮਰ 'ਤੇ ਪਈ ਤਾਂ ਮਨ ਹੀ ਮਨ ਆਪਣੇ ਦਾਰ ਜੀ ਨੂੰ ਤਾਨੇ ਜਿਹੇ ਦੇਣ ਲੱਗੀ ਕਿ ਦਾਰ ਜੀ ਨੇ ਘਰ-ਬਾਰ ਦੇਖ ਕੇ ਰਿਸ਼ਤਾ ਕਰਤਾ। ਅਮਰ ਦਾ ਰੰਗ ਪੱਕਾ ਹੀ ਨਹੀਂ, ਸਗੋਂ ਕਾਲਾ ਸੀ। ਸਾਰੇ ਸ਼ਗਨ ਹੋਏ, ਰਾਤ ਹੋਈ ਤਾਂ ਅਮਰ ਕਮਰੇ ਵਿੱਚ ਆਇਆ ਤਾਂ ਅਮਰ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਉਸਦੇ ਪੈਰ ਲੜਖੜਾ ਰਹੇ ਸੀ। ਉਹ ਬੈੱਡ ਕੋਲ ਆ ਕੇ ਹੇਠਾਂ ਡਿੱਗ ਗਿਆ। ਮੇਰੇ ਕੋਲ ਮੇਰੀਆਂ ਨਨਾਣਾਂ ਤੇ ਮੇਰੀ ਸੱਸ ਬੈਠੀ ਸੀ। ਉਹਨਾਂ ਨੇ ਅਮਰ ਨੂੰ ਚੁੱਕ ਕੇ ਖੜਾ ਕੀਤਾ। ਮੇਰੀ ਨਨਾਣ ਨੇ ਕਿਹਾ ਕਿ ਤੂੰ ਸ਼ਰਾਬ ਕਿਉਂ ਪੀਤੀ ਆ? ਤਾਂ ਉਹ ਆਪਣੀ ਭੈਣ ਨਾਲ ਹੀ ਲੜ ਪਿਆ। ਲੜਦੇ ਲੜਦੇ ਅਮਰ ਨੇ ਆਪਣੀ ਭੈਣ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਉਹ ਰੋਂਦੀ ਰੋਂਦੀ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਅਮਰ ਦਾ ਇਹ ਰੂਪ ਦੇਖ ਕੇ ਡਰ ਗਈ। ਮੇਰੀ ਸੱਸ ਮੈਨੂੰ ਕਹਿੰਦੀ ਕਿ ਇਹ ਰੋਜ਼ ਨਹੀਂ ਪੀਂਦਾ, ਅੱਜ ਮੁੰਡਿਆਂ ਨੇ ਇਸ ਨੂੰ ਧੱਕੇ ਨਾਲ ਪਿਆਤੀ, ਇਸ ਕਰਕੇ ਇਸ ਨੂੰ ਜ਼ਿਆਦਾ ਚੜ੍ਹ ਗਈ। ਤਾਂ ਇਸ ਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਰ ਰਿਹਾ। ਮੈਂ ਆਪਣੀ ਸੱਸ ਦੀ ਗੱਲ ਮੰਨ ਗਈ, ਕਿਉਂਕਿ ਸਾਡੇ ਘਰ ਕੋਈ ਸ਼ਰਾਬ ਨਹੀਂ ਪੀਂਦਾ ਸੀ। ਅਗਲੇ ਦਿਨ ਅਮਰ ਫਿਰ ਸ਼ਰਾਬ ਨਾਲ ਰੱਜ ਕੇ ਆਇਆ ਤੇ ਟੇਬਲ ਉੱਤੇ ਡਿੱਗ ਗਿਆ ਤੇ ਉਸ ਦਾ ਸ਼ੀਸ਼ਾ ਤੋੜ ਦਿੱਤਾ। ਮੈਂ ਬਹੁਤ ਹੈਰਾਨ ਹੋਈ। ਹੁਣ ਅਮਰ ਰੋਜ਼ ਸ਼ਰਾਬ ਪੀਂਦਾ ਤੇ ਕੋਈ ਨਾ ਕੋਈ ਚੀਜ਼ ਗੁੱਸੇ ਵਿੱਚ ਹੀ ਤੋੜ ਦਿੰਦਾ। ਮੇਰੀ ਸੱਸ ਮੈਨੂੰ ਕਹਿੰਦੀ, ਪੁੱਤ, ਤੂੰ ਆਪਣੇ ਮੰਮੀ ਡੈਡੀ ਨੂੰ ਨਾ ਦੱਸੀ, ਉਹ ਟੈਨਸ਼ਨ ਲੈਣਗੇ, ਹੌਲੀ ਹੌਲੀ ਹੀ ਆਪੇ ਹੀ ਸਿਆਣਾ ਹੋ ਜਾਏਗਾ। ਪਰ ਨਹੀਂ, ਸ਼ਰਾਬ ਤਾਂ ਉਸਦੇ ਹੱਡਾਂ ਵਿੱਚ ਰਚੀ ਹੋਈ ਸੀ, ਉਹ ਕਦੇ ਵੀ ਨਹੀਂ ਛੱਡ ਸਕਦਾ ਸੀ। ਪਰ ਮੈਂ ਆਪਣੇ ਪੇਕੇ ਕਿਸੇ ਨੂੰ ਵੀ ਨਾ ਦੱਸਿਆ ਕਿ ਅਮਰ ਇੰਨੀ ਜ਼ਿਆਦਾ ਸ਼ਰਾਬ ਪੀਂਦਾ। ਬਸ ਇੱਦਾਂ ਹੀ ਟਾਈਮ ਲੰਘਦਾ ਗਿਆ। ਮੇਰੇ ਘਰ ਕੁੜੀ ਹੋਈ ਤਾਂ ਮੇਰੀ ਮਾਂ ਮੇਰੇ ਕੋਲ ਕੁੜੀ ਵੇਖਣ ਲਈ ਆਈ, ਪਰ ਅਮਰ ਨੇ ਮੇਰੀ ਮਾਂ ਦੀ ਵੀ ਸ਼ਰਮ ਨਾ ਕੀਤੀ। ਉਹ ਸ਼ਰਾਬ ਪੀ ਕੇ ਆਇਆ ਤੇ ਆਪਣੀ ਮਾਂ ਨਾਲ ਲੜ ਪਿਆ। ਗੁੱਸੇ ਵਿੱਚ ਆਪਣੀ ਮਾਂ ਦੇ ਚਪੇੜ ਮਾਰ ਦਿੱਤੀ। ਇਹ ਸਭ ਕੁਝ ਦੇਖ ਕੇ ਮੇਰੀ ਮਾਂ ਹੈਰਾਨ ਰਹਿ ਗਈ ਤੇ ਮੈਨੂੰ ਕਹਿਣ ਲੱਗੀ, ਤੂੰ ਸਾਨੂੰ ਦੱਸਿਆ ਨਹੀਂ ਕਿ ਅਮਰ ਇੰਨੀ ਸ਼ਰਾਬ ਪੀਂਦਾ? ਮੈਂ ਕਿਹਾ, ਮੰਮੀ, ਜੇ ਮੈਂ ਦੱਸ ਵੀ ਦਿੰਦੀ ਤਾਂ ਹੁਣ ਕੀ ਹੋਣਾ ਸੀ? ਜੋ ਹੋਣਾ ਸੀ ਉਹ ਤਾਂ ਹੋ ਗਿਆ। ਫਿਰ ਅਗਲੇ ਦਿਨ ਮਾਂ ਆਪਣੇ ਘਰ ਚਲੀ ਗਈ ਤੇ ਅਮਰ ਦੇ ਬਾਰੇ ਸਭ ਕੁਝ ਦਾਰ ਜੀ ਨੂੰ ਜਾ ਕੇ ਦੱਸਿਆ। ਫਿਰ ਦਾਰ ਜੀ ਨੇ ਪਾਲੀ ਮਾਸੀ ਨੂੰ ਕਿਹਾ ਕਿ ਤੂੰ ਤਾਂ ਕਹਿੰਦੀ ਸੀ ਮੁੰਡਾ ਬਹੁਤ ਸਿਆਣਾ ਹੈ ਤੇ ਉਹ ਤਾਂ ਸਾਨੂੰ ਦੱਸਿਆ ਹੀ ਨਹੀਂ, ਅਸੀਂ ਤੇਰੇ ਭਰੋਸੇ ਹੀ ਰਿਸ਼ਤਾ ਕੀਤਾ।
ਸੋਨੇ ਵਰਗੀ ਮੇਰੀ ਤੂੰ ਧੀ ਦੀ ਤੂੰ ਜ਼ਿੰਦਗੀ ਬਰਬਾਦ ਕਰ ਦਿੱਤੀ। ਸਾਡੇ ਨਾਲ ਤੇਰੀ ਕੀ ਦੁਸ਼ਮਣੀ ਸੀ? ਮੇਰੇ ਦਾਰਜੀ ਨੇ ਗੁੱਸੇ ਵਿੱਚ ਪਾਲੀ ਮਾਸੀ ਨੂੰ ਬਹੁਤ ਕੁਝ ਵੱਧ ਘੱਟ ਬੋਲਿਆ, ਪਰ ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ ਸੀ। ਬੀਤਿਆ ਹੋਇਆ ਵੇਲਾ ਹੱਥ ਆਉਣ ਵਾਲਾ ਨਹੀਂ ਸੀ। ਫਿਰ ਵੱਡੇ ਵੀਰ ਜੀ ਤੇ ਦਾਰਜੀ ਸਾਡੇ ਘਰ ਆਏ ਤੇ ਅਮਰ ਨੂੰ ਬਹੁਤ ਸਮਝਾ ਕੇ ਗਏ। ਉਦੋਂ ਤਾਂ ਅਮਰ ਹਾਂ ਵਿੱਚ ਸਿਰ ਹਿਲਾ ਦਿੰਦਾ, ਪਰ ਕਰਦਾ ਉਹੀ ਜੋ ਰੋਜ਼ ਕਰਦਾ ਸੀ। ਅਮਰ ਬਿਲਕੁਲ ਵੀ ਨਾ ਸੁਧਰਿਆ। ਫਿਰ ਇੱਦਾਂ ਹੀ ਮੇਰੀ ਕੁੜੀ 3 ਸਾਲ ਦੀ ਹੋ ਗਈ। ਮੈਂ ਦੂਜੀ ਵਾਰ ਫਿਰ ਪ੍ਰੈਗਨੈਂਟ ਹੋਈ। ਮੈਂ ਮਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਆਪਾਂ ਟੈਸਟ ਕਰਵਾ ਲੈਂਦੇ ਹਾਂ। ਤਾਂ ਮੈਂ ਕਿਹਾ ਨਹੀਂ, ਮੈਂ ਟੈਸਟ ਨਹੀਂ ਕਰਾਉਣਾ। ਜੇ ਕੁੜੀ ਹੋਈ ਤਾਂ ਫਿਰ? ਮਾਂ ਕਹਿਣ ਲੱਗੀ ਦੇਖ ਪੁੱਤ, ਅਮਰ ਇੰਨੀ ਸ਼ਰਾਬ ਪੀਂਦਾ, ਇਸ ਨੂੰ ਤਾਂ ਸ਼ਰਾਬ ਤੋਂ ਬਿਨਾਂ ਕੋਈ ਹੋਰ ਕੰਮ ਹੈ ਹੀ ਨਹੀਂ, ਤੇ ਸਾਡਾ ਕੀ ਆ? ਅਸੀਂ ਕਦੋਂ ਅੱਖਾਂ ਮੀਚ ਜੀਏ? ਜੇ ਤੇ ਤੂੰ ਕੱਲੀ ਕੁੜੀਆਂ ਕਿਵੇਂ ਪੜ੍ਹਾਏ ਲਿਖਾਏਂਗੀ, ਵਿਆਹੇਂਗੀ? ਮੈਨੂੰ ਮਾਂ ਨੇ ਬਹੁਤ ਮਜਬੂਰ ਕੀਤਾ ਤਾਂ ਮੈਂ ਟੈਸਟ ਕਰਵਾ ਲਿਆ। ਟੈਸਟ ਕਰਵਾਇਆ ਤਾਂ ਅੱਗੋਂ ਕੁੜੀ ਸੀ। ਫਿਰ ਨਾ ਚਾਹੁੰਦੇ ਹੋਏ ਵੀ ਮੈਂ ਆਪਣੀ ਮਾਂ ਮਗਰ ਲੱਗ ਕੇ ਅਬੋਰਸ਼ਨ ਕਰਵਾ ਲਿਆ। ਫਿਰ ਇੱਦਾਂ ਹੀ ਟਾਈਮ ਲੰਘਿਆ ਤਾਂ ਮੈਂ ਤੀਜੀ ਵਾਰ ਫਿਰ ਪ੍ਰੈਗਨੈਂਟ ਹੋਈ। ਫਿਰ ਟੈਸਟ ਕਰਵਾਇਆ, ਮੁੰਡਾ ਸੀ। ਮੇਰਾ ਟਾਈਮ ਪੂਰਾ ਹੋਇਆ, ਮੁੰਡਾ ਹੋ ਗਿਆ। ਮੇਰੀ ਮਾਂ 1.25 ਮਹੀਨਾ ਕਰਾ ਕੇ ਗਈ। ਜਦੋਂ ਮੁੰਡਾ 5 ਮਹੀਨਿਆਂ ਦਾ ਹੋਇਆ ਤਾਂ ਮੈਂ ਆਪਣੇ ਪੇਕੇ ਚਲੀ ਗਈ, ਦੋਨਾਂ ਬੱਚਿਆਂ ਨੂੰ ਨਾਲ ਲੈ ਕੇ। ਪੋਹ ਦਾ ਮਹੀਨਾ ਸੀ। 15 ਦਿਨਾਂ ਪਿੱਛੋਂ ਅਮਰ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਲੈਣ ਲਈ ਕੱਲ੍ਹ ਆਵਾਂਗਾ। ਇੱਕ ਦਿਨ ਪਹਿਲਾਂ ਅਮਰ ਦੇ ਮਾਮੇ ਨੇ ਅਮਰ ਨੂੰ ਫੋਨ ਕੀਤਾ ਕਿ ਅਮਰ, ਕੋਈ ਕੰਮ ਆ, ਤੂੰ ਟਰੈਕਟਰ ਟਰਾਲੀ ਲੈ ਕੇ ਸਾਡੇ ਪਿੰਡ ਆ। ਅਮਰ ਆਪਣੇ ਨਾਨਕੇ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ। ਧੁੰਦ ਜ਼ਿਆਦਾ ਹੋਣ ਕਰਕੇ ਟਰੈਕਟਰ ਸੜਕ ਤੋਂ ਹੇਠਾਂ ਲੈ ਗਿਆ। ਟਰਾਲੀ ਦੇ ਜ਼ੋਰ ਨਾਲ ਟਰੈਕਟਰ ਮੂਧਾ ਹੋ ਗਿਆ। ਉੱਪਰ ਬੈਠਾ ਅਮਰ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਟਾਇਰ ਦੇ ਥੱਲੇ ਆ ਗਿਆ। ਟਾਇਰ ਥੱਲੇ ਆਉਣ ਨਾਲ ਅਮਰ ਦੀ ਮੌਕੇ 'ਤੇ ਮੌਤ ਹੋ ਗਈ। ਸਾਨੂੰ ਰਾਤ ਨੂੰ 3 ਵਜੇ ਫੋਨ ਆਇਆ। ਫੋਨ ਵੱਡੇ ਵੀਰ ਜੀ ਨੇ ਚੁੱਕਿਆ। ਵੀਰ ਜੀ ਭੱਜ ਕੇ ਮੇਰੇ ਕੋਲ ਆਏ ਤੇ ਮੈਨੂੰ ਜੱਫੀ ਪਾ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਗਏ। ਮੈਂ ਪੁੱਛ ਰਹੀ ਸੀ, ਵੀਰ ਜੀ ਮੈਨੂੰ ਦੱਸੋ ਹੋਇਆ ਕੀ ਹੈ? ਵੀਰ ਜੀ ਕਹਿੰਦੇ, ਕੀ ਦੱਸਾਂ ਭੈਣੇ, ਤੇਰੀ ਤਾਂ ਦੁਨੀਆ ਹੀ ਉਜੜ ਗਈ। ਅਮਰ ਦਾ ਐਕਸੀਡੈਂਟ ਹੋ ਗਿਆ। ਹੁਣ ਕੀ ਕਰਾਂਗੇ ਅਸੀਂ? ਵੀਰ ਜੀ ਦੇ ਮੂੰਹੋਂ ਇਹ ਬੋਲ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਹੋ ਗਿਆ। ਸਾਰਾ ਪਰਿਵਾਰ ਉੱਚੀ ਉੱਚੀ ਰੋਣ ਲੱਗਾ। ਮੈਂ ਡੌਰ ਭੌਰੀ ਹੋਈ ਰਜਾਈ ਵਿੱਚ ਪੱਥਰ ਬਣੀ ਬੈਠੀ ਆਸੇ ਪਾਸੇ ਦੇਖ ਰਹੀ ਸੀ। ਮੇਰੀ ਮਾਂ ਨੇ ਮੈਨੂੰ ਫੜ ਕੇ ਜ਼ੋਰ ਨਾਲ ਝੰਜੋੜਿਆ। ਫਿਰ ਜਿਵੇਂ ਮੇਰਾ ਦਿਲ ਤੇ ਦਿਮਾਗ ਆਪਣੇ ਸਰੀਰ ਵਿੱਚ ਆਇਆ, ਮੇਰੀਆਂ ਸਾਰੇ ਘਰ ਵਿੱਚ ਗੂੰਜਣ ਲੱਗੀਆਂ। ਫਿਰ ਰੋਂਦੀ ਕਰਲਾਉਂਦੀ ਨੂੰ ਮੇਰੇ ਸਹੁਰੇ ਲੈ ਗਏ। ਘਰ ਗਈ ਤਾਂ ਸਾਹਮਣੇ ਪਈ ਅਮਰ ਦੀ ਲਾਸ਼ ਨੂੰ ਦੇਖ ਕੇ ਮੈਂ ਤਾਂ ਸੁੱਧ ਬੁੱਧ ਹੀ ਭੁੱਲ ਗਈ। ਉਸ ਵੇਲੇ ਮੈਨੂੰ ਆਸ-ਪਾਸ ਅਮਰ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸੰਗ ਤੇ ਸ਼ਰਮ ਤਾਂ ਮੈਨੂੰ ਭੁੱਲ ਹੀ ਗਈ। ਮੈਂ ਭੱਜ ਕੇ ਜਾ ਕੇ ਅਮਰ ਨੂੰ ਜੱਫੀ ਪਾ ਲਈ। ਪਤਾ ਨਹੀਂ ਉਸ ਦੇ ਮੂੰਹ ਤੇ ਹੱਥਾਂ ਨੂੰ ਕਿੰਨੀ ਵਾਰ ਚੁੰਮਦੀ ਰਹੀ ਜਦੋਂ ਤੱਕ ਉਸ ਨੂੰ ਨਹਾਉਣ ਲਈ ਲੈ ਨਾ ਗਏ। ਬਸ ਫਿਰ ਇੱਦਾਂ ਹੀ ਰੋਂਦਿਆਂ ਕਰਲਾਉਂਦਿਆਂ ਸੰਸਕਾਰ ਤੇ ਫਿਰ ਭੋਗ ਪੈ ਗਿਆ। ਜਦੋਂ ਅਮਰ ਦੀ ਮੌਤ ਹੋਈ ਤਾਂ ਮੇਰੀ ਉਮਰ ਸਿਰਫ ਅਜੇ 22 ਸਾਲ ਦੀ ਸੀ। ਮੇਰੇ ਵੱਲ ਦੇਖ ਕੇ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਕਿ ਇੰਨੀ ਛੋਟੀ ਉਮਰ ਤੇ ਇੰਨਾ ਲੰਬਾ ਸਫ਼ਰ ਕਿਵੇਂ ਤੈਅ ਕਰੇਗੀ। ਉਸ ਵੇਲੇ ਮੇਰਾ ਮੁੰਡਾ ਤਾਂ ਅਜੇ 5 ਮਹੀਨਿਆਂ ਦਾ ਹੀ ਸੀ। ਜਦੋਂ ਮੁੰਡਾ ਵੱਡਾ ਹੋਇਆ ਸਾਰਿਆਂ ਨੇ ਸੋਚ ਵਿਚਾਰ ਕੀਤੀ, ਜੇ ਸੱਸ ਮੰਨ ਜਾਵੇ ਤਾਂ ਸ਼ਰਨ ਨੂੰ ਛੋਟੇ ਮੁੰਡੇ ਦੇ ਬਿਠਾ ਦਈਏ। ਜਦੋਂ ਮੇਰੀ ਸੱਸ ਨਾਲ ਉਹਨਾਂ ਗੱਲ ਕੀਤੀ ਤਾਂ ਉਹ ਅੱਗੋਂ ਗੱਲ ਪੈ ਗਈ। ਕਹਿੰਦੀ, ਨਾ ਭਾਈ, ਇਹ ਨਹੀਂ ਹੋ ਸਕਦਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੁੜੀ ਦੀ ਉਮਰ ਛੋਟੀ ਹੈ ਤਾਂ ਇਹ ਨਹੀਂ ਘੱਟ ਸਕਦੀ, ਤਾਂ ਤੁਸੀਂ ਬੱਚੇ ਮੈਨੂੰ ਦੇ ਦਿਓ, ਆਪਣੀ ਕੁੜੀ ਗਾਂਹ ਵਿਆਹ ਦਿਓ। ਜੋ ਤੁਸੀਂ ਵਿਆਹ 'ਤੇ ਪੈਸੇ ਲਾਏ ਸੀ ਉਸ ਵਿੱਚੋਂ ਮੈਂ ਅੱਧੇ ਪੈਸੇ ਵੀ ਮੋੜ ਦਿਆਂਗੀ। ਇਹ ਗੱਲ ਸੁਣ ਕੇ ਮੇਰੇ ਪਿਓ ਤੇ ਵੱਡੇ ਵੀਰ ਜੀ ਨੂੰ ਬਹੁਤ ਗੁੱਸਾ ਆਇਆ। ਵੀਰ ਜੀ ਕਹਿੰਦੇ, ਚੱਲ ਸ਼ਰਨ, ਉੱਠ ਖੜੀ ਹੋ, ਗੱਡੀ ਵਿੱਚ ਬੈਠ, ਚੱਲਦੇ ਆਂ।
ਪਰ ਮੈਂ ਕਿਹਾ, ਨਹੀਂ ਵੀਰ ਜੀ, ਮੈਂ ਨਹੀਂ ਜਾ ਸਕਦੀ। ਮੈਂ ਇਹਨਾਂ ਬੱਚਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਵੀਰ ਜੀ ਕਹਿੰਦੇ, ਤੈਨੂੰ ਨਹੀਂ ਪਤਾ ਇਹ ਜ਼ਿੰਦਗੀ ਦਾ ਇੰਨਾ ਲੰਬਾ ਪੈਂਡਾ ਕਿਵੇਂ ਪਾਰ ਕਰੇਂਗੀ? ਕੱਲੀ ਜਾਣੀ। ਜਿਹੜੀ ਔਰਤ ਤੇਰੀ ਅੱਜ ਨਹੀਂ ਬਣਦੀ, ਉਹ ਕੱਲ੍ਹ ਨੂੰ ਤੇਰਾ ਸਾਥ ਕਿਵੇਂ ਦੇਵੇਗੀ? ਮੈਂ ਕਿਹਾ, ਵੀਰ ਜੀ, ਤੁਸੀਂ ਮੈਨੂੰ ਜਾਣ ਲਈ ਮਜਬੂਰ ਨਾ ਕਰੋ। ਜਦੋਂ ਮੈਂ ਜਿੱਦ 'ਤੇ ਅੜੀ ਰਹੀ ਤਾਂ ਵੀਰ ਜੀ ਕਹਿੰਦੇ, ਠੀਕ ਹੈ ਸ਼ਰਨ, ਜੇ ਤੂੰ ਨਹੀਂ ਜਾਣਾ ਤਾਂ ਤੈਨੂੰ ਜਦੋਂ ਵੀ ਮੇਰੀ ਲੋੜ ਹੋਈ ਤਾਂ ਤੂੰ ਮੈਨੂੰ ਇੱਕ ਮਿਸ ਕਾਲ ਕਰਦੀ, ਮੈਂ ਤੇਰੇ ਕੋਲ ਖੜਾ ਹੋਵਾਂਗਾ। ਵੀਰ ਜੀ ਤੇ ਦਾਰ ਜੀ ਚਲੇ ਗਏ। ਫਿਰ ਬਸ ਇੱਦਾਂ ਹੀ ਦਿਨ ਬੀਤਦੇ ਗਏ। ਮੇਰੀ ਸੱਸ ਮੈਨੂੰ ਗੱਲ-ਗੱਲ 'ਤੇ ਟੋਕਣ ਲੱਗੀ, ਪਰ ਮੈਂ ਕਦੇ ਵੀ ਪੇਕੇ ਨਾ ਦੱਸਦੀ। ਗਰਮੀਆਂ ਦੇ ਦਿਨ ਸੀ। ਵੱਡੇ ਵੀਰ ਜੀ ਆਏ ਸੀ। ਰਾਤ ਨੂੰ ਰੋਟੀ ਖਾਧੀ ਤੇ ਸੌਣ ਲਈ ਵਿਹੜੇ ਵਿੱਚ ਮੰਜੇ ਡਾਏ ਤਾਂ ਮੇਰੀ ਸੱਸ ਨੇ ਹਮੇਸ਼ਾ ਦੀ ਤਰ੍ਹਾਂ ਪੱਖੇ ਅੱਗੇ ਸਭ ਤੋਂ ਪਹਿਲਾਂ ਮੇਰੇ ਦਿਓਰ ਦਾ ਮੰਜਾ ਤੇ ਫਿਰ ਆਪ ਦਾ ਤੇ ਫਿਰ ਮੇਰਾ ਮੰਜਾ ਡਾਹ ਦਿੱਤਾ ਤੇ ਵੀਰ ਜੀ ਦਾ ਮੰਜਾ ਦੂਜੇ ਪੱਖੇ ਅੱਗੇ ਡਾਹ ਕੇ ਸਾਡੇ ਸੀਰੀ ਦਾ ਮੰਜਾ ਡਾਹਤਾ। ਵੀਰ ਜੀ ਨੂੰ ਆਪਣੇ ਮੰਜੇ ਤਾਂ ਕੋਈ ਗੁੱਸਾ ਨਹੀਂ ਸੀ, ਪਰ ਮੇਰੇ ਕਰਕੇ ਉਸ ਨੂੰ ਬਹੁਤ ਗੁੱਸਾ ਆਇਆ। ਮੈਂ ਦੋਨਾਂ ਬੱਚਿਆਂ ਨੂੰ ਇੱਕ ਮੰਜੇ 'ਤੇ ਆਪਣੇ ਨਾਲ ਪਾ ਕੇ ਕਿਵੇਂ ਸਾਰੀ ਰਾਤ ਗਰਮੀ ਤੇ ਮੱਛਰ ਵਿੱਚ ਔਖੀ ਹੋ ਕੇ ਕੱਢੀ, ਉਹ ਦੇਖਦਾ ਰਿਹਾ। ਦਿਨ ਹੋਇਆ ਤਾਂ ਵੀਰ ਜੀ ਕਹਿੰਦੇ, ਸ਼ਰਨ, ਬੈਗ ਵਿੱਚ ਕੱਪੜੇ ਪਾ, ਪਿੰਡ ਚੱਲਦੇ ਆਂ। ਮੈਂ ਬਹੁਤ ਨਾ ਨੁੱਕਰ ਕੀਤੀ। ਵੀਰ ਜੀ ਕਹਿੰਦੇ, ਜੇ ਮੈਂ ਜਾਵਾਂਗਾ ਤਾਂ ਤੈਨੂੰ ਨਾਲ ਲੈ ਕੇ ਜਾਵਾਂਗਾ। ਪਹਿਲਾਂ ਤੇਰੀ ਗੱਲ ਸੁਣ ਕੇ ਬਹੁਤ ਵੱਡੀ ਗਲਤੀ ਕੀਤੀ, ਹੁਣ ਤੇਰੀ ਨਹੀਂ ਚੱਲਣੀ। ਮੇਰੀ ਸੱਸ ਕਹਿੰਦੀ, ਤੂੰ ਲੈ ਜਾ। ਲੈ ਤਾਂ ਚੱਲਿਆ, ਮੈਂ ਦੇਖਾਂਗੀ ਜਦੋਂ ਤੂੰ ਇਹਨਾਂ ਨੂੰ ਰੋਟੀ ਦੇਵੇਂਗਾ। ਵੀਰ ਜੀ ਕਹਿੰਦੇ, ਮਾਸੀ ਕੋਈ ਗੱਲ ਨਹੀਂ, ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ। ਮੈਂ ਸਮਝ ਲਵਾਂਗਾ, ਇਹ ਮੇਰੀ ਭੈਣ ਨਹੀਂ, ਤੀਜਾ ਭਰਾ ਏ। ਪਰ ਮੇਰੀ ਸੱਸ ਨੇ ਮੈਨੂੰ ਰੋਕਣ ਦੀ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੇ ਪੇਕੇ ਆ ਗਈ, ਪਰ ਮੇਰੀ ਸੱਸ ਆਪਣੇ ਪੋਤੇ ਪੋਤੀ ਨੂੰ ਜਾਂ ਮੈਨੂੰ ਕਦੇ ਵੀ ਮਿਲਣ ਨਹੀਂ ਆਈ। ਪਰ ਮੈਂ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤਾਂ ਸਾਲ ਬਾਅਦ ਚਲੀ ਜਾਂਦੀ ਸੀ ਤੇ ਨਾ ਹੀ ਉਹਨਾਂ ਮੈਨੂੰ ਕੋਈ ਖਰਚਾ ਦੇਣਾ। ਸਾਰਾ ਖਰਚਾ ਮੇਰੇ ਪੇਕੇ ਹੀ ਕਰਦੇ ਸੀ। ਬਸ ਇੱਦਾਂ ਹੀ ਟਾਈਮ ਲੰਘਦਾ ਗਿਆ। ਮੇਰੀ ਸੱਸ ਦੀ ਮੌਤ ਹੋ ਗਈ। ਉਸ ਦੀ ਮੌਤ ਪਿੱਛੋਂ ਮੇਰੀਆਂ ਨਨਾਣਾਂ ਨੇ ਬਣਦਾ ਹਿੱਸਾ ਮੈਨੂੰ ਦੇ ਦਿੱਤਾ। ਬੱਚੇ ਵੱਡੇ ਹੋਏ। ਕੁੜੀ 20 ਸਾਲ ਦੀ ਤੇ ਮੁੰਡਾ 17 ਸਾਲਾਂ ਦਾ। ਕੁੜੀ ਕਾਲਜ ਵਿੱਚ ਪੜ੍ਹਨ ਲੱਗ ਗਈ। ਇੱਕ ਦਿਨ ਮੇਰੀ ਧੀ ਕਾਲਜ ਗਈ, ਵਾਪਸ ਨਾ ਆਈ। ਸਾਰੇ ਬਹੁਤ ਪਰੇਸ਼ਾਨ ਹੋ ਗਏ। ਜਦੋਂ ਸਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਕਿਸੇ ਮੁੰਡੇ ਨਾਲ ਚਲੀ ਗਈ ਹੈ। ਇਹ ਸੁਣ ਕੇ ਤਾਂ ਮੇਰੀ ਥਾਂ ਹੀ ਗਈਆਂ। ਮੈਂ ਤਾਂ ਸਿਰ ਫੜ ਕੇ ਹੇਠਾਂ ਬੈਠ ਗਈ। ਮੈਂ ਕਿਹਾ, ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗੀ? ਬਿਨਾਂ ਪਿਓ ਦੇ ਧੀਆਂ ਪੁੱਤ ਇਹੋ ਜਿਹੇ ਹੁੰਦੇ ਨੇ? ਨਾਲੇ ਵੀਰ ਜੀ ਨੂੰ ਨਾਮ ਦਾ ਟਿੱਕਾ ਆ ਮਿਲੇਗਾ। ਫਿਰ ਤੀਜੇ ਦਿਨ ਵੀਰ ਜੀ ਨੇ ਲੱਭ ਕੇ ਲਿਆਂਦਾ ਤੇ ਮੈਂ ਗੁੱਸੇ ਵਿੱਚ ਉਸ ਦਾ ਵਿਆਹ ਕਰ ਦਿੱਤਾ। ਧੀ ਦੀ ਸ਼ਰਮ ਤੇ ਦੁੱਖ ਮੇਰੇ ਹੱਡਾਂ ਨੂੰ ਲੱਗ ਗਿਆ। ਸਾਰੇ ਮੈਨੂੰ ਦੇਖ ਕੇ ਕਹਿੰਦੇ, ਸ਼ਰਨ, ਤੂੰ ਤਾਂ ਦਿਨੋਂ ਦਿਨ ਰਹਿੰਦੀ ਜਾਂਦੀ ਹੈ। ਕੀ ਗੱਲ ਹੈ ਤੈਨੂੰ, ਕੋਈ ਤੂੰ ਠੀਕ ਨਹੀਂ? ਮੈਂ ਅੱਗੋਂ ਕਹਿ ਦਿੰਦੀ, ਹਾਂ ਮੈਂ ਠੀਕ ਨਹੀਂ, ਪਰ ਕਿਸੇ ਨੂੰ ਕੀ ਦੱਸਾਂ? ਮੇਰੇ ਅੰਦਰ ਕਿੱਡਾ ਵੱਡਾ ਦੁੱਖ ਹੈ। ਉਹ ਦੁੱਖ ਤਾਂ ਮੈਂ ਸਾਰਿਆਂ ਨੂੰ ਦੱਸ ਦਿੰਦੀ ਸੀ ਤੇ ਆਹ ਢਿੱਡ ਦਾ ਦੁੱਖ ਕਿਸੇ ਨੂੰ ਕਿਵੇਂ ਦੱਸਾਂ? ਜਿਨ੍ਹਾਂ ਬੱਚਿਆਂ ਖਾਤਰ ਮੈਂ ਆਪਣੀ ਜਵਾਨੀ ਰੋਲ ਦਿੱਤੀ, ਉਸ ਧੀ ਨੇ ਮੈਨੂੰ ਆਹ ਇਨਾਮ ਦਿੱਤਾ। ਉਸ ਧੀ ਨੇ ਆਪਣੇ ਮਾਮੇ ਬਾਰੇ ਵੀ ਨਾ ਸੋਚਿਆ, ਜਿਸ ਨੇ ਉਹਨਾਂ ਲਈ ਇੰਨਾ ਕੁਝ ਕੀਤਾ ਸੀ। ਉਹ ਧੀ ਨੇ ਇੱਕ ਵਾਰ ਨਾ ਸੋਚਿਆ, ਮੇਰੀ 22 ਸਾਲਾਂ ਦੀ ਰੰਡੀ ਮਾਂ ਨੇ ਸਾਡੇ ਲਈ ਆਪਣੀ ਜਵਾਨੀ ਰੋਲ ਦਿੱਤੀ। ਇੱਕ ਵਾਰ ਤਾਂ ਸੋਚ ਲੈਂਦੀ ਕਿ ਲੋਕ ਮੇਰੀ ਮਾਂ ਨੂੰ ਕੀ ਕਹਿਣਗੇ। ਸਿਆਣੇ ਸੱਚ ਹੀ ਕਹਿੰਦੇ ਨੇ, ਪਿਓ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ, ਬੱਚਿਆਂ ਨੂੰ ਪਿਓ ਦਾ ਡਰ ਹੁੰਦਾ ਹੈ। ਮਾਂ ਨੂੰ ਤਾਂ ਬੱਚੇ ਕੁਝ ਨਹੀਂ ਸਮਝਦੇ, ਪਰ ਸਮਝਦੇ ਵੀ ਕਿਵੇਂ? ਮੈਨੂੰ ਵੀ ਤਾਂ ਪਾਪ ਲੱਗਣਾ ਹੀ ਸੀ ਉਸ ਧੀ ਦਾ, ਜਿਸ ਨੂੰ ਮੈਂ ਦੁਨੀਆ 'ਤੇ ਆਉਣ ਤੋਂ ਪਹਿਲਾਂ ਪੇਟ ਵਿੱਚ ਹੀ ਮਾਰ ਦਿੱਤਾ ਸੀ। ਦੋਸਤੋ, ਇਸ ਕਹਾਣੀ ਵਿੱਚ ਲਿਖਣ ਲਈ ਬਹੁਤ ਕੁਝ ਸੀ। ਜੇ ਮੈਂ ਲਿਖਣ ਲੱਗਦੀ ਤਾਂ ਸ਼ਾਇਦ ਘੰਟੇ ਲੱਗ ਜਾਂਦੇ।
ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।